ਕੈਨੇਡਾ ਵਿੱਚ ਫੈਡਰਲ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਚੋਣ ਸਰਗਰਮੀਆਂ ਦੇ ਚੱਲਦਿਆਂ ਹਰ ਪਾਰਟੀ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ। ਚੋਣ ਮੁਹਿੰਮ ਦੀ ਕਵਰੇਜ ਲਈ ਪ੍ਰਵਾਸੀ ਟੈਲੀਵਿਜ਼ਨ ਦੀ ਟੀਮ ਬਰੈਂਪਟਨ ਸੈਂਟਰ ਵਿਖੇ ਪੁੱਜੀ, ਜਿੱਥੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਚੋਣ ਮੈਦਾਨ ਵਿੱਚ ਨੇ। ਜਗਦੀਪ ਸਿੰਘ ਆਪਣੀ ਕਿਸਮਤ ਅਜ਼ਮਾਉਣ ਲਈ ਪਹਿਲੀ ਵਾਰ ਫੈਡਰਲ ਚੋਣਾਂ ਵਿੱਚ ਨਿਤਰੇ ਨੇ। ਪ੍ਰਵਾਸੀ ਟੈਲੀਵਿਜ਼ਨ ਦੀ ਟੀਮ ਵੱਲੋਂ ਜਗਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ, ਜਿਸ ਵਿੱਚ ਜਗਦੀਪ ਸਿੰਘ ਨੇ ਪ੍ਰਵਾਸੀ ਟੀਮ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਹਨਾਂ ਆਪਣੀ ਗੱਲਬਾਤ ਦੌਰਾਨ ਟਰੂਡੋ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ। ਉਹਨਾਂ ਗੱਲਬਾਤ ਦੌਰਾਨ ਆਖਿਆ ਕਿ ਮੈਨੂੰ ਚੋਣ ਲੜਨ ਦੀ ਕੋਈ ਕਾਹਲੀ ਨਹੀਂ ਸੀ, ਪਰੰਤੂ ਸਾਡੇ ਉੱਤੇ ਇਹ ਚੋਣ ਜ਼ਬਰਦਸਤੀ ਥੋਪੀ ਗਈ ਹੈ। ਇਸੇ ਦੌਰਾਨ ਸਾਬਕਾ ਮੰਤਰੀ ਬਲਜੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ, ਜਿਹੜੇ ਜਗਦੀਪ ਸਿੰਘ ਦੀ ਜਿੱਤ ਲਈ ਕਾਫੀ ਆਸਵੰਦ ਨਜ਼ਰ ਆਏ। ਆਓ ਸੁਣਦੇ ਹਾਂ ਜਗਦੀਪ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਨੇ ਪ੍ਰਵਾਸੀ ਟੈਲੀਵਿਜ਼ਨ ਦੇ ਨਾਲ ਹੋਈ ਗੱਲਬਾਤ ਦੌਰਾਨ ਕੀ ਆਖਿਆ। ਸਤਿ ਸ਼੍ਰੀ ਅਕਾਲ ਜੀ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਮੌਜੂਦ ਨੇ ਜਗਦੀਪ ਸਿੰਘ ਜੀ, ਕੈਂਡੀਡੇਟ ਬਰੈਂਪਟਨ ਸੈਂਟਰ ਤੋਂ, ਕੰਜ਼ਰਵੇਟਿਵ ਪਾਰਟੀ ਤੋਂ ਲੜਨ ਜਾ ਰਹੇ ਆ, ਸੱਤਾ ਦੇ ਵਿੱਚ ਆ ਰਹੇ ਆ, ਪਹਿਲੀ ਵਾਰ ਇਲੈਕਟ ਹੋਏ ਆ ਤੇ ਅੱਜ ਉਹਨਾਂ ਦਾ ਚੋਣ ਕੈਂਪੇਨ ਸਟਾਰਟ ਹੋਣ ਜਾ ਰਿਹਾ। ਆਓ ਤੁਹਾਨੂੰ ਮਿਲਾਉਂਦੇ ਆ ਜਗਦੀਪ ਸਿੰਘ ਨਾਲ ਅਤੇ ਉਹਨਾਂ ਨੂੰ ਪੁੱਛਦੇ ਆ ਵੀ ਕੰਜ਼ਰਵੇਟਿਵ ਪਾਰਟੀ ਨੂੰ ਕਿਉਂ ਚੂਜ਼ ਕੀਤਾ ਗਿਆ ਔਰ ਪਹਿਲੀ ਵਾਰ ਸੱਤਾ ਦੇ ਵਿੱਚ ਆ ਰਿਹਾ, ਕਿੱਦਾਂ ਦਾ ਮਹਿਸੂਸ ਕਰ ਰਹੇ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਦੇਖਣ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਜੀ ਆਇਆਂ। ਜਿਹੜੇ ਇੱਥੇ ਸਾਰੇ ਪਤਵੰਤੇ ਸੱਜਣ ਔਰ ਸਮਾਜ ਚੋਂ ਸਾਰੇ ਆਪਣੇ ਮੈਂਬਰ ਪਹੁੰਚੇ ਨੇ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਆਪ ਸਾਰੇ ਜਿਹੜੇ ਘਰ ਦੇਖ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਜਗਦੀਪ ਜੀ ਇਹ ਪੁੱਛਣਾ ਚਾਹੁੰਦੀ ਹਾਂ ਕਿ ਸੱਤਾ ਦੇ ਵਿੱਚ ਪਹਿਲੀ ਵਾਰ ਹੋ, ਪੋਲਿਟਿਕਸ ਦੇ ਵਿੱਚ ਪਹਿਲੀ ਵਾਰ ਤੁਹਾਡਾ ਨਾਮ ਸੁਣਿਆ ਤੇ ਪਹਿਲੀ ਵਾਰ ਕੰਜ਼ਰਵੇਟਿਵ ਪਾਰਟੀ ਤੋਂ ਬਰੈਂਪਟਨ ਸੈਂਟਰ ਤੋਂ ਲੜਨ ਜਾ ਰਹੇ ਹੋ। ਕਿਉਂ ਕੰਜ਼ਰਵੇਟਿਵ ਪਾਰਟੀ ਚੂਜ਼ ਕੀਤੀ ਹੈ ਤੇ ਕਿਉਂ ਪੋਲਿਟਿਕਸ ਦੇ ਵਿੱਚ ਆਏ ਹੋ? ਮੈਨੂੰ ਇੱਦਾਂ ਲੱਗਦਾ ਜੀ, ਕੰਜ਼ਰਵੇਟਿਵ ਪਾਰਟੀ ਇੱਕ ਐਸੀ ਪਾਰਟੀ ਹੈ ਜਿਹਦੇ ਨਾਲ ਅਸੀਂ ਸਾਰੇ ਹੀ ਰਿਲੇਟ ਕਰ ਸਕਦੇ ਹਾਂ। ਜਦੋਂ ਅਸੀਂ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ, ਜੇ ਕੋਈ ਸਾਡੀਆਂ ਪਰਿਵਾਰਕ ਕਦਰਾਂ ਕੀਮਤਾਂ ਨੇ, ਜਾਂ ਜੇ ਤੁਸੀਂ ਕਹਿ ਲਓ ਵੀ ਸਾਡੇ ਪੰਜਾਬੀ ਦੇ ਵਿੱਚ ਕਹਿੰਦੇ ਆ ਵੀ ਚਾਦਰ ਨਾਲੋਂ ਵੱਧ ਫੈਰ ਨਹੀਂ ਫੈਲਾਉਣੇ ਚਾਹੀਦੇ, ਇਹ ਫਾਈਨੈਂਸ਼ੀਅਲ ਕੰਜ਼ਰਵੇਟਿਜ਼ਮ ਹੈ, ਪਰਿਵਾਰਕ ਕਦਰਾਂ ਕੀਮਤਾਂ ਸੋਸ਼ਲ ਕੰਜ਼ਰਵੇਟਿਜ਼ਮ ਹੈ। ਸੋ ਆਪਾਂ ਸਾਰੇ ਹੀ ਜਿਹੜੇ ਵੀ ਕਿਤੇ ਦੁਨੀਆ ਦੇ ਕਿਸੇ ਹਿੱਸੇ 'ਚੋਂ ਆਏ ਆ, ਭਾਵੇਂ ਉਹ ਪੰਜਾਬੀ ਹੋਣ ਜਾਂ ਗੈਰ ਪੰਜਾਬੀ ਹੋਣ, ਕੰਜ਼ਰਵੇਟਿਵ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਹਰੇਕ ਨੂੰ ਨਿੱਘੀ ਜੀ ਆਇਆਂ ਆਖਦੀ ਹੈ। ਜੌਨ ਡੀਫਨਬੇਕਰ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ, ਜਿਹੜਾ ਆਪਾਂ ਕੈਨੇਡੀਅਨ ਬਿੱਲ ਆਫ ਰਾਈਟਸ ਦੀ ਗੱਲ ਕਰਦੇ ਹਾਂ, ਜਿਹਦੇ ਕਰਕੇ ਰੇਸਿਜ਼ਮ ਖਤਮ ਹੋਇਆ ਕੈਨੇਡਾ ਦੇ ਵਿੱਚ, ਉਹ ਕੰਜ਼ਰਵੇਟਿਵ ਪਾਰਟੀ ਨੇ ਹੀ ਲਿਆਂਦਾ। ਬੜੀ ਇਮੀਗ੍ਰੇਸ਼ਨ ਫਰੈਂਡਲੀ ਪਾਰਟੀ ਹੈ ਔਰ ਇੱਕ ਬਹੁਤ ਵਧੀਆ ਮਾਹੌਲ ਇਹ ਕੈਨੇਡਾ ਲਈ ਸਿਰਜ ਸਕਦੀ ਹੈ ਜੀ। ਤੁਸੀਂ ਕੰਜ਼ਰਵੇਟਿਵ ਪਾਰਟੀ ਤੋਂ ਲੜ ਰਹੇ ਹੋ, ਤੁਸੀਂ ਇਹ ਪਾਰਟੀ ਨੂੰ ਚੂਜ਼ ਕੀਤਾ, ਲਿਬਰਲ ਪਾਰਟੀ ਨੂੰ ਕਿਉਂ ਨਹੀਂ ਚੂਜ਼ ਕੀਤਾ? ਲਿਬਰਲ ਪਾਰਟੀ ਨੇ ਕਾਫੀ ਵਾਅਦੇ ਕੀਤੇ ਸੀ, ਜੋ 2019 ਦੇ ਵਿੱਚ ਮਾਈਨੋਰਿਟੀ ਦੇ ਵਿੱਚ ਸੀਗੀ, ਐਨਡੀਪੀ ਨੇ ਉਹਨਾਂ ਦਾ ਸਾਥ ਦਿੱਤਾ ਸੀਗਾ, ਮੈਜੋਰਟੀ ਦੇ ਵਿੱਚ ਲੈ ਕੇ ਆਂਦਾ। ਉਹਨਾਂ ਨੂੰ ਕਿਉਂ ਨਹੀਂ ਸਪੋਰਟ ਕਰ ਰਹੇ? ਲਿਬਰਲ ਪਾਰਟੀ ਨੇ ਜੋ ਵਾਅਦੇ ਕੀਤੇ, ਤੁਹਾਨੂੰ ਨਹੀਂ ਲੱਗਦਾ ਉਹਨਾਂ ਨੇ ਪੂਰੇ ਕੀਤੇ? ਦੇਖੋ ਜੀ, ਜਿੱਥੇ ਤੱਕ ਲਿਬਰਲ ਪਾਰਟੀ ਦਾ ਸਵਾਲ ਹੈ, ਉਹ ਆਪਣੇ ਵੱਲੋਂ ਜਿੰਨੇ ਕੁ ਵਾਅਦੇ ਕੀਤੇ ਆ, ਮੈਂ ਉਹਦੇ ਬਾਰੇ ਇੱਕ ਥੋੜ੍ਹਾ ਜਿਹਾ ਟੂਕ ਮਾਤਰ ਦੱਸਦਾ ਚਲਾਂ। ਜਿਹੜਾ ਲਿਬਰਲ ਪਾਰਟੀ ਦਾ ਚਾਈਲਡ ਕੇਅਰ ਦਾ ਪਲਾਨ ਹੈਗਾ, ਜਿੱਥੇ ਉਹ ਕਹਿੰਦੇ ਜੀ $10 ਪਰ ਡੇ ਚਾਈਲਡ ਕੇਅਰ ਬੱਚਿਆਂ ਨੂੰ ਦਿੱਤਾ ਜਾਏਗਾ, ਉਹ ਤਕਰੀਬਨ 9 ਉਹਨਾਂ ਦੇ ਮੈਨੀਫੈਸਟੋ, ਜੇ ਆਪਾਂ ਐਵਰੇਜ 4 ਸਾਲ ਦੀ ਇਲੈਕਸ਼ਨ ਲਗਾਈ ਆ, ਮਾਈਨੋਰਿਟੀ 2 ਸਾਲ ਵਾਲਾ ਚਲੋ ਛੱਡ ਵੀ ਲਈਏ, 4 ਸਾਲ ਦਾ ਲਾਈਏ ਤੇ 9 ਚੌਕਾ 36 ਸਾਲ ਬਣਦੇ ਆ, ਤੇ ਸਮਝੋ ਚਲੋ 34 ਲਾ ਲਓ ਜਾਂ 30 ਲਾ ਲਓ, ਇਹ ਵਾਅਦਾ 30 ਸਾਲ ਤੋਂ ਚੱਲਦਾ ਆ ਰਿਹਾ। ਔਰ ਹਜੇ ਤੱਕ ਇਹ ਚਾਈਲਡ ਕੇਅਰ ਦੀ ਜਿਹੜੀ $10 ਦੀ ਪਰ ਡੇ ਦੀ ਹੈਗੀ ਆ, ਇਹ ਹਜੇ ਤੱਕ ਵੀ ਸਾਕਾਰ ਨਹੀਂ ਹੋ ਸਕੀ। ਸੋ ਇਹ ਤੋਂ ਤੁਹਾਨੂੰ ਪਤਾ ਲੱਗਦਾ ਵੀ ਲਿਬਰਲ ਪਾਰਟੀ ਨੈਸ਼ਨਲ ਲੈਵਲ ਤੇ ਕਿੱਥੇ ਖੜੀ ਹੈ। ਇੱਕ ਐਗਜ਼ਾਮਪਲ ਮੈਂ ਲੋਕਲ ਲੈਵਲ ਤੇ ਆਪਣੇ ਬਰੈਂਪਟਨ ਨਿਵਾਸੀਆਂ ਲਈ ਦਿੰਦਾ ਚਲਾਂ। ਪੁਆਇੰਟਰ ਦੇ ਵਿੱਚ ਇੱਕ ਆਰਟੀਕਲ ਆਇਆ, ਦ ਪੁਆਇੰਟਰ ਜਿਹੜਾ ਪਬਲੀਕੇਸ਼ਨ ਹੈ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ 2015 ਤੋਂ ਲੈ ਕੇ 2019 ਤੱਕ, ਜਿੱਥੇ ਲਿਬਰਲ ਪਾਰਟੀ ਦੀ ਪੂਰਨ ਬਹੁਮਤ ਸੀਗਾ, ਪੂਰਨ ਮੈਜੋਰਿਟੀ ਸੀਗੀ, ਉਦੋਂ 4 ਸਾਲਾਂ ਦੇ ਵਿੱਚ ਸਾਡੇ 5 MP ਲਿਬਰਲ ਦੇ ਸੀਗੇ ਇੱਥੋਂ, ਔਰ $972 ਮਿਲੀਅਨ ਜਿਹੜਾ ਕਿ ਮਿਲਣਾ ਚਾਹੀਦਾ ਸੀ ਬਰੈਂਪਟਨ ਨੂੰ ਇਨਫਰਾਸਟ੍ਰਕਚਰ ਵਾਸਤੇ, ਲੇਕਿਨ ਕੁੱਲ ਮਿਲਾ ਕੇ ਸਿਰਫ 42 ਮਿਲੀਅਨ ਮਿਲਿਆ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਰਿਵਾਰ ਨੂੰ, ਕੈਨੇਡਾ ਸਾਡਾ ਇੱਕ ਪਰਿਵਾਰ ਹੈ, ਇੱਕ ਪਰਿਵਾਰ ਨੂੰ ਜੇ ਹਫ਼ਤੇ ਲਈ $2300 ਮਿਲਣਾ ਹੋਵੇ, ਮੈਂ ਇੱਕ ਤੁਹਾਨੂੰ ਅੰਕੜੇ ਦੇ ਰਿਹਾ ਜਿਹਦੇ ਨਾਲ ਆਪਾਂ ਰਿਲੇਟ ਕਰ ਸਕਦੇ ਹਾਂ, ਕਿਉਂਕਿ ਕਈ ਵਾਰੀ ਅਸੀਂ 972 ਮਿਲੀਅਨ ਕਹਿੰਦੇ ਹਾਂ, ਸਾਡੀ ਪਕੜ ਦੇ ਵਿੱਚ ਕਈ ਵਾਰੀ ਉਹ ਨੰਬਰ ਨਹੀਂ ਆਉਂਦਾ, ਪਰ ਇੱਕ ਪਰਿਵਾਰ ਨੂੰ ਜੇ ਇੱਕ ਮਹੀਨੇ ਵਾਸਤੇ ਜਾਂ ਇੱਕ ਹਫ਼ਤੇ ਵਾਸਤੇ $2300 ਮਿਲਣਾ ਹੋਵੇ ਔਰ ਉਹਨੂੰ ਸਿਰਫ $100 ਹੀ ਮਿਲੇ, ਤਾਂ ਤੁਸੀਂ ਕਿਸ ਤਰ੍ਹਾਂ ਚਲਾਓਗੇ? ਘੱਟ 1/23 ਤੋਂ ਵੀ ਘੱਟ ਪੈਸੇ ਜਿਹੜੇ ਬਰੈਂਪਟਨ ਨੂੰ ਇਨਫਰਾਸਟ੍ਰਕਚਰ ਵਾਸਤੇ ਮਿਲੇ ਆ। ਸੋ ਉਹਦੇ ਕਰਕੇ ਅਸੀਂ ਦੇਖਦੇ ਹਾਂ ਕਿ ਲਿਬਰਲ ਪਾਰਟੀ ਦੇ ਇਸ ਆਪਾਂ ਕਹਿ ਸਕਦੇ ਹਾਂ ਬਈ ਗੈਰ
ਜ਼ਿੰਮੇਵਾਰੀ ਕਰਕੇ ਬਰੈਂਪਟਨ ਪ੍ਰਤੀ ਧਿਆਨ ਨਾ ਹੋਣ ਕਰਕੇ ਸਾਡੇ ਬਰੈਂਪਟਨ ਦੇ ਵਿੱਚ ਇੱਕ ਤਾਂ ਟ੍ਰੈਫਿਕ ਦੀ ਬੜੀ ਪ੍ਰੋਬਲਮ ਹੈ, ਇੰਸ਼ੋਰੈਂਸ ਰੇਟ ਵੱਧ ਨੇ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਨੇ, ਔਰ ਹਸਪੀਟਲ ਦੀ ਹੈਲਥ ਕੇਅਰ ਦੀ ਮੈਡੀਕਲ ਦੀ ਬਹੁਤ ਘਾਟ ਹੈ ਕਿਉਂਕਿ ਜਿੰਨਾ ਇਨਫਰਾਸਟ੍ਰਕਚਰ ਦੀ ਇਨਵੈਸਟਮੈਂਟ ਇੱਥੇ ਆਉਣੀ ਸੀ ਉਹ ਨਹੀਂ ਆ ਸਕੀ। ਸੋ ਇਹ ਮੈਂ ਦੋ ਇੱਕ ਆਈਡੀਆ ਦਿੱਤੇ ਨੇ ਤੁਹਾਨੂੰ ਲਿਬਰਲ ਪਾਰਟੀ ਦੇ ਪ੍ਰਤੀ ਵੀ ਕਿੱਥੇ ਉਹਨਾਂ ਨੇ ਘਾਟ ਕੀਤੀ ਆ। ਹੋਰ ਵੀ ਬਹੁਤ ਸਾਰੇ ਨੇ, ਆਪਾਂ ਕੋਲ SNC 11 ਦਾ ਮੈਟਰ ਹੈਗਾ, ਵੀ ਚੈਰਿਟੀ ਦਾ ਇਸ਼ੂ ਹੈਗਾ, ਇਹ ਸਾਰੇ ਨੈਸ਼ਨਲ ਇਸ਼ੂਜ਼ ਨੇ ਜਿਹਦੇ ਤੇ ਸਾਨੂੰ ਧਿਆਨ ਕਰਨਾ ਚਾਹੀਦਾ ਵੋਟ ਪਾਉਣ ਲੱਗਿਆ। ਤੁਸੀਂ ਕੰਜ਼ਰਵੇਟਿਵ ਪਾਰਟੀ ਵੱਲੋਂ ਲੜ ਰਹੇ ਹੋ ਤਾਂ ਮੇਰਾ ਸਿੱਧਾ ਇੱਕ ਕੁਐਸਚਨ ਹੈਗਾ ਕਿ ਤੁਹਾਨੂੰ ਲੱਗਦਾ ਸੀ ਪੈਂਡੈਮਿਕ ਆਲਰੇਡੀ ਬਹੁਤ ਹੱਦ ਤੱਕ ਜਾ ਚੁੱਕਾ ਆ, ਵਾਇਰਸ ਜਾ ਚੁੱਕਾ, ਮਹਾਮਾਰੀ ਆ ਚੁੱਕੀ ਹੈ, ਚੌਥੀ ਵੇਵ ਆਲਰੇਡੀ ਪੀਲ ਰੀਜਨ ਦੇ ਵਿੱਚ ਸਟਾਰਟ ਹੋ ਗਿਆ, ਓਨਟਾਰੀਓ ਚ ਕਹਿ ਲਓ, ਠੀਕ ਹੈ ਜੀ। ਤੁਹਾਨੂੰ ਲੱਗਦਾ ਸੀ ਲਿਬਰਲ ਵੱਲੋਂ ਇਹ ਜਿਹੜਾ ਚੋਣ ਐਲਾਨ ਕੀਤਾ ਗਿਆ ਆ ਉਹ ਵੀ ਮਹਾਮਾਰੀ ਦੀ ਚੌਥੀ ਵੇਵ ਦੇ ਦੌਰਾਨ ਜਦ ਕੇਸਿਸ ਬਹੁਤ ਜ਼ਿਆਦਾ ਆ ਰਹੇ ਆ, ਤੁਹਾਨੂੰ ਲੱਗਦਾ ਇਹ ਸਹੀ ਡਿਸੀਜਨ ਸੀਗਾ ਲਿਬਰਲ ਪਾਰਟੀ ਵੱਲੋਂ? ਦੇਖੋ ਜੀ, ਇਹ ਬਿਲਕੁਲ ਸਹੀ ਗੱਲ ਹੈ। ਤੁਹਾਡਾ ਸਵਾਲ ਇੱਕ ਦਿਲ ਟੁੰਬਵਾਂ ਸਵਾਲ ਹੈ, ਇਟਸ ਅ ਹਾਰਟ ਪੀਅਰਸਿੰਗ ਕੁਐਸਚਨ, ਔਰ ਸਰੋਤਿਆਂ ਨੂੰ ਇਹ ਖਿਆਲ ਰੱਖਣਾ ਚਾਹੀਦਾ, ਇਹ ਭੁੱਲਣਾ ਨਹੀਂ ਚਾਹੀਦਾ ਕਿ ਇਲੈਕਸ਼ਨ ਸਹੀ ਮਾਇਨਿਆਂ ਵਿੱਚ ਕਾਹਦੇ ਲਈ ਕੀਤੀ ਗਈ ਹੈ। $650 ਮਿਲੀਅਨ ਕੈਨੇਡੀਅਨ ਦਾ ਲੱਗ ਜਾਣਾ ਟੈਕਸ ਪੇਅਰ ਦਾ ਇਸ ਇਲੈਕਸ਼ਨ ਦੇ ਉੱਤੇ। ਇਲੈਕਸ਼ਨਸ ਕੈਨੇਡਾ ਨੂੰ ਸਟਾਫ ਲੱਭਣ ਤੱਕ ਵੀ ਮੁਸ਼ਕਲ ਆ ਰਹੀ ਹੈ ਜਿੱਥੇ ਉਹਨਾਂ ਨੇ ਇਲੈਕਸ਼ਨ ਕਰਾਉਣੀ ਹੈ, ਔਰ ਉਹਨਾਂ ਨੇ ਮੇਲ ਇਨ ਬੈਲਟ ਦਾ ਪ੍ਰੋਵੀਜ਼ਨ ਕੀਤਾ ਹੈ। ਬੜੀ ਸੋਹਣੀ ਜਿਹੜਾ ਸਿਸਟਮ ਚੱਲ ਰਿਹਾ ਸੀਗਾ, ਚਲੋ ਜਿੱਦਾਂ ਦਾ ਵੀ ਸੀਗਾ, ਸਰਕਾਰ ਭਾਵੇਂ ਲਿਬਰਲ ਜਿਹੜੀ ਆ ਉਹ ਕੰਮ ਨਹੀਂ ਸੀ ਕਰ ਰਹੀ ਜਿੰਨਾ ਕਰਨਾ ਚਾਹੀਦਾ ਸੀਗਾ, ਪਰ ਫਿਰ ਵੀ ਕਮ ਸੇ ਕਮ ਸਾਨੂੰ ਚਾਹੀਦਾ ਸੀ ਵੀ ਅਸੀਂ ਇਹ ਪੈਂਡੈਮਿਕ ਦੇ ਵਿੱਚੋਂ ਨਿਕਲਦੇ, ਪੂਰੀ ਤਰ੍ਹਾਂ ਸਿਹਤਯਾਬ ਹੁੰਦਾ ਕੈਨੇਡਾ, ਸਿਹਤਯਾਬ ਹੁੰਦੀ ਦੁਨੀਆ, ਉਸ ਤੋਂ ਬਾਅਦ ਕਿਤੇ ਜਾ ਕੇ ਜੇ ਆਪਾਂ ਇਲੈਕਸ਼ਨ ਦਾ ਮਾਹੌਲ ਬਣਦਾ ਜਾਂ ਇਲੈਕਸ਼ਨ ਕਾਲ ਹੁੰਦੀ ਤਾਂ ਡਿਫਰੈਂਟ ਸੀਗਾ। ਲੇਕਿਨ ਇਹ ਆ ਵੀ ਲਿਬਰਲ ਨੇ ਸੋਚਿਆ ਕਿ ਚਲੋ ਜੀ ਹੁਣ ਜੇ ਪੈਸੇ ਵੰਡੇ ਨੇ ਤੇ ਉਹਨਾਂ ਨੇ ਵੈਕਸੀਨ ਭਾਵੇਂ ਡੇਢ ਕਾਫੀ ਲੇਟ ਆਈ ਹੈ, ਪਰ ਉਹਨਾਂ ਨੇ ਆਪਣੀ ਕੈਲਕੂਲੇਸ਼ਨਾਂ ਦੇ ਹਿਸਾਬ ਨਾਲ ਇਹ ਆਈਡੀਆ ਲਾਇਆ ਕਿ ਜੇ ਹੁਣ ਅਸੀਂ ਕਰਾਂਗੇ ਇਲੈਕਸ਼ਨ ਤਾਂ ਸ਼ਾਇਦ ਸਾਨੂੰ ਪੂਰਨ ਬਹੁਮਤ ਮਿਲ ਜਾਏਗਾ, ਸ਼ਾਇਦ ਸਾਨੂੰ ਇਲੈਕਸ਼ਨ ਅਸੀਂ ਜਿੱਤ ਸਕਾਂਗੇ। ਸਿਰਫ ਇਹ ਸੱਤਾ ਹੋਰ ਲੰਮੇ ਸਮੇਂ ਲਈ ਹਥਿਆਉਣ ਦਾ ਇੱਕ ਪੈਂਤਰਾ ਲੱਗਦਾ, ਜਿਹੜਾ ਕਿ ਸਾਡੇ ਜਿਹੜੇ ਵੋਟਰ ਨੇ ਉਹ ਸਮਝ ਚੁੱਕੇ ਨੇ ਇਸ ਗੱਲ ਨੂੰ। ਤੁਸੀਂ ਵੀਡੀਓਜ਼ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰ੍ਹਾਂ ਜਸਟਿਨ ਟਰੂਡੋ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਇਲੈਕਸ਼ਨ ਨਹੀਂ ਸੀ ਹੋਣੀ ਚਾਹੀਦੀ, ਔਰ ਲੋਕਾਂ ਦੇ ਵਿੱਚ ਬੜਾ ਭਾਰੀ ਰੋਸ ਹੈ ਇਸ ਗੱਲ ਦਾ ਕਿਉਂਕਿ ਬਿਲਕੁਲ ਬੇਲੋੜੀ ਇਲੈਕਸ਼ਨ ਹੈ। ਮੈਂ ਇਲੈਕਸ਼ਨ ਤੋਂ ਪਹਿਲਾਂ ਵੀ ਆਪਣੇ ਇਲੈਕਟ ਸਿੰਘ CPC ਮੇਰੇ ਟਵਿੱਟਰ ਅਕਾਊਂਟ, ਸੋਸ਼ਲ ਮੀਡੀਆ ਅਕਾਊਂਟ ਤੋਂ ਮੈਂ ਟਵੀਟ ਕੀਤਾ ਸੀਗਾ ਕਿ ਸਾਨੂੰ ਕੋਈ ਇਲੈਕਸ਼ਨ ਦੀ ਲੋੜ ਨਹੀਂ ਹੈ, ਮੈਨੂੰ ਕੋਈ ਕਾਹਲੀ ਨਹੀਂ ਇਲੈਕਸ਼ਨ ਲੜਨ ਦੀ, ਲੇਕਿਨ ਸਾਡੇ ਉੱਤੇ ਇਲੈਕਸ਼ਨ ਥੋਪੀ ਗਈ ਹੈ। ਇਹੀ ਕਾਰਨ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਬਰੈਂਪਟਨ ਸੈਂਟਰ ਤੋਂ ਜਿਹੜੇ ਤੁਸੀਂ ਕੈਂਡੀਡੇਟ ਉਮੀਦਵਾਰ ਹੋ ਉਹਨਾਂ ਦਾ ਨਾਮ ਬੜੀ ਲੇਟ ਇਲੈਕਟ ਕੀਤਾ ਗਿਆ ਹੈ। ਤੁਸੀਂ ਅੱਜ ਇਲੈਕਸ਼ਨ ਕੈਂਪੇਨ ਸਟਾਰਟ ਕਰ ਰਹੇ ਹੋ ਜਦਕਿ ਲਿਬਰਲ ਪਾਰਟੀ ਵੱਲੋਂ ਇੱਕ ਹਫ਼ਤੇ ਪਹਿਲਾਂ ਹੀ ਇਲੈਕਸ਼ਨ ਕੈਂਪੇਨ ਸਟਾਰਟ ਕਰ ਚੁੱਕੇ ਹੋ, ਇਹੀ ਵਜ੍ਹਾ ਹੈ? ਦੇਖੋ ਜੀ, ਸੱਤਾਧਾਰੀ ਪਾਰਟੀ ਨੂੰ ਇਹ ਐਡਵਾਂਟੇਜ ਹੁੰਦੀ ਹੈ, ਟਰੂਡੋ ਸਾਹਿਬ ਨੂੰ ਹੀ ਪਤਾ ਸੀਗਾ ਕਿ ਕਦੋਂ ਉਹਨਾਂ ਨੇ ਇਲੈਕਸ਼ਨ ਕਾਲ ਕਰਨੀ ਸੀ ਜਾਂ ਨਹੀਂ ਕਰਨੀ ਸੀ। ਸੋ ਇਹ ਤਾਂ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੈਗਾ ਜੀ, ਬਿਲਕੁਲ, ਔਰ ਉਹਨਾਂ ਨੇ ਇਹਦਾ ਪੂਰਾ ਫਾਇਦਾ ਚੱਕਿਆ। ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਟੂਰ ਸ਼ੁਰੂ ਕਰ ਦਿੱਤੇ ਸੀਗੇ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ, ਔਰ ਸਾਰੇ ਉਹਨਾਂ ਦੇ MPਆਂ ਨੂੰ ਵੀ ਕਹਿ ਦਿੱਤਾ ਹੋਣਾ ਕਿ ਜੀ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ। ਸੋ ਇੱਥੇ ਸਾਨੂੰ ਵੋਟਰਾਂ ਨੂੰ, ਸਾਡੇ ਜਿਹੜੇ ਆਪਣੇ ਇਲੈਕਟਰਸ ਨੇ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿੱਥੇ ਟੈਕਸ ਪੇਅਰ ਦਾ ਇੰਨਾ ਪੈਸਾ ਜ਼ਾਇਆ ਕੀਤਾ ਗਿਆ ਔਰ ਆਲਮੋਸਟ $1.2 ਟ੍ਰਿਲੀਅਨ ਡੈਟ ਹੋ ਗਿਆ, ਜੌਬਾਂ ਕ੍ਰੀਏਟ ਨਹੀਂ ਹੋ ਰਹੀਆਂ ਜਿਸ ਹਿਸਾਬ ਨਾਲ ਹੋਣੀਆਂ ਚਾਹੀਦੀਆਂ, ਔਰ ਕੈਨੇਡਾ ਬਹੁਤ ਪਿੱਛੇ ਵਰਲਡ ਮੁਲਕਾਂ ਦੇ ਵਿੱਚੋਂ ਜਾ ਚੁੱਕਾ ਹੈ। ਤੇ ਬੈਲਟ ਤੇ ਜਦੋਂ ਤੁਸੀਂ ਵੋਟ ਪਾਓਗੇ ਉਸ ਚੀਜ਼ ਦਾ ਖਿਆਲ ਰੱਖੋ ਤਾਂ ਕਿ ਜੇ ਅਸੀਂ ਬਦਲਾਅ ਨਾ ਲਿਆਂਦਾ ਤਾਂ $650 ਮਿਲੀਅਨ ਜਿਹੜਾ ਅਸੀਂ ਲਾਇਆ ਉਹਦੇ ਤੇ ਸਾਡਾ ਬੇਸਿਕਲੀ ਉਹ ਨੁਕਸਾਨ ਹੀ ਹੋਇਆ ਜੀ। ਆਖਰੀ ਸਵਾਲ ਤੁਹਾਨੂੰ, ਮੇਜਰ ਇਸ਼ੂ ਜਿਹੜਾ ਚੱਲ ਰਿਹਾ ਅਫਗਾਨਿਸਤਾਨ ਦੇ ਵਿੱਚ, ਕਾਬੁਲ 에ਅਰਪੋਰਟ ਤੇ ਧਮਾਕਾ ਹੁੰਦਾ ਆ, 2 ਧਮਾਕੇ ਹੁੰਦੇ ਆ, ਉਸ ਤੋਂ ਬਾਅਦ ਤਾਲਿਬਾਨ ਦਾ ਸੱਤਾ ਦੇ ਵਿੱਚ ਆਣਾ, ਤਾਲਿਬਾਨ ਨੇ ਆਲਰੇਡੀ ਅਫਗਾਨਿਸਤਾਨ ਦੇ ਵਿੱਚ ਆਪਣਾ ਕਬਜ਼ਾ ਕਰ ਲਿਆ ਆ। ਟਰੂਡੋ ਸਾਹਿਬ ਕਹਿ ਰਹੇ ਆ ਕਿ ਉਹਨਾਂ ਵੱਲੋਂ ਜਿੰਨੇ ਹੋ ਸਕੇ ਅਫਗਾਨੀ ਇੰਟਰਪ੍ਰੀਟਰਸ ਜਾਂ ਅਫਗਾਨੀ ਜਿਹੜੇ ਉੱਥੇ ਬੈਠੇ ਸੀਗੇ ਤੇ ਕੈਨੇਡੀਅਨਸ ਨੂੰ ਇੱਥੇ ਲੈ ਕੇ ਆਂਦਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੈਨੇਡਾ ਵੱਲੋਂ ਫੁੱਲ ਸਪੋਰਟ ਕੀਤੀ ਗਈ ਹੈ ਆਪਣੇ ਲੋਕਾਂ ਨੂੰ ਉੱਥੋਂ ਅਫਗਾਨਿਸਤਾਨ ਤੋਂ ਕੱਢਣ ਲਈ? ਮੇਰੇ ਕੋਲ ਜੀ ਕੱਲ ਅਫਗਾਨੀ ਰੈਪਰੈਜ਼ੈਂਟੇਟਿਵ ਹੋ ਕੇ ਗਏ ਨੇ ਇੱਥੇ ਆਫਿਸ ਦੇ ਵਿੱਚ ਹੀ, ਅਸੀਂ ਕੱਲ ਅੱਜ ਦੇ ਇਵੈਂਟ ਦੀ ਤਿਆਰੀ ਕਰ ਰਹੇ ਸੀਗੇ, ਔਰ ਅਫਗਾਨ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਰੋਸ ਹੈ। ਅਸੀਂ ਕੋਈ ਮਹੀਨੇ ਵਾਸਤੇ ਅਫਗਾਨਿਸਤਾਨ ਨਹੀਂ ਸੀ ਗਈ, ਕੈਨੇਡੀਅਨ ਫੋਰਸਿਸ ਬਹੁਤ ਲੰਮੇ ਸਮੇਂ ਤੋਂ ਉਹ ਅਫਗਾਨਿਸਤਾਨ ਦੇ ਵਿੱਚ ਅਸੀਂ ਸੀਗੇ, ਸਾਨੂੰ ਪਤਾ ਸੀ ਸਾਡੇ ਕਿਹੜੇ ਇੰਟਰਪ੍ਰੈਟਰ ਨੇ, ਸਾਨੂੰ ਪਤਾ ਸੀ ਕਿ ਕੈਨੇਡੀਅਨ ਫੋਰਸਿਸ ਦੀ, ਸਾਡੇ ਜਿਹੜੇ ਸੋਲਜਰਸ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਕੌਣ ਲੋਕ ਨੇ ਸਾਡੀ ਜਿਹੜੀ ਉੱਥੇ ਮਦਦ ਕਰ ਰਹੇ ਨੇ, ਉਹਨਾਂ ਦੀ ਜਾਨ ਨੂੰ ਅਜਾਈਂ ਖਤਰੇ ਦੇ ਵਿੱਚ ਪਾਇਆ ਗਿਆ।
ਬਹੁਤ ਪਹਿਲਾਂ ਇਵੈਕੂਏਸ਼ਨ ਸ਼ੁਰੂ ਹੋ ਜਾਣੀ ਚਾਹੀਦੀ ਸੀਗੀ। ਮੈਨੂੰ ਕੱਲ ਅਫਗਾਨੀ ਕਮਿਊਨਿਟੀ ਦੱਸ ਕੇ ਗਈ ਹੈ, ਹਾਲਾਂਕਿ ਮੇਰੇ ਕੋਲ ਵੈਰੀਫਾਈਡ ਰਿਪੋਰਟ ਨਹੀਂ ਹੈ, ਪਰ ਉਹਨਾਂ ਨੇ ਦੱਸਿਆ, ਉਹਨਾਂ ਦੇ ਕਹਿਣ ਮੁਤਾਬਕ ਕਿ 19,000 ਤੋਂ ਵੱਧ ਬੰਦੇ ਯੂਐਸ ਨੇ ਇਵੈਕੂਏਟ ਕਰ ਲਏ ਨੇ ਔਰ ਕੈਨੇਡਾ ਤਕਰੀਬਨ 2,000 ਦੇ ਕਰੀਬ ਹੀ ਇਵੈਕੂਏਟ ਕਰ ਸਕੇ। ਉਹਨਾਂ ਦਾ ਨੰਬਰ 3700 ਹੋ ਚੁੱਕਾ ਹੈ। 3700 ਕੱਲ ਆਲਰੇਡੀ ਡਿਟੇਲ ਆ ਚੁੱਕੀ ਹੈ। 3700 ਆਲਰੇਡੀ ਅਫਗਾਨੀ ਜਿਹੜੇ ਰਿਫਿਊਜੀਜ਼ ਜਾਂ ਉੱਥੇ ਇੰਟਰਪ੍ਰੀਟਰ ਸੀ ਉਹ ਕੈਨੇਡਾ ਆਲਰੇਡੀ ਪਹੁੰਚ ਚੁੱਕੇ ਨੇ ਜੀ। ਸੋ ਇਹ ਨੰਬਰ ਬਹੁਤ ਘੱਟ ਹੈ। ਸਾਡੀ ਇਨਵੋਲਵਮੈਂਟ ਜਿਹੜੀ ਹੈ ਤੇ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ, ਬਹੁਤ ਪਹਿਲਾਂ ਸਾਨੂੰ ਪੇਪਰ ਵਰਕ ਕਰਨਾ ਚਾਹੀਦਾ ਸੀਗਾ। ਔਰ ਇਹ ਬੜੀ ਅਫਸੋਸਨਾਕ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਦੁਨੀਆ ਭਰ ਦੇ ਲੈਵਲ ਦੇ ਉੱਤੇ ਕੈਨੇਡਾ ਵਾਸੀਆਂ ਦੀ ਮਦਦ ਕੀਤੀ ਹੈ, ਉਹਨਾਂ ਨੂੰ ਇਸ ਤਰ੍ਹਾਂ ਅਸੀਂ ਰੋਲਣ ਵਾਸਤੇ ਛੱਡ ਦਿੱਤਾ, ਉਹਨਾਂ ਦੀਆਂ ਜਾਨਾਂ ਖਤਰੇ ਦੇ ਪਾ ਦਿੱਤੀਆਂ, ਉਹਨਾਂ ਨੂੰ ਇਸਤੇਮਾਲ ਕਰਕੇ ਛੱਡ ਦਿੱਤਾ ਗਿਆ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕੈਨੇਡੀਅਨ ਪਬਲਿਕ ਨੂੰ ਸੱਤਾ ਹਥਿਆਉਣ ਲਈ ਇਸਤੇਮਾਲ ਕਰਕੇ ਹੁਣੇ ਛੱਡਿਆ ਜਾਏਗਾ ਇਸ ਇਲੈਕਸ਼ਨ ਦੇ ਵਿੱਚ, ਬਿਲਕੁਲ ਉਸੇ ਤਰ੍ਹਾਂ ਲਿਬਰਲ ਪਾਰਟੀ ਨੇ ਅਫਗਾਨੀਆਂ ਨਾਲ ਕੀਤਾ। ਔਰ ਇਸ ਚੀਜ਼ ਦਾ ਬਹੁਤ ਧਿਆਨ ਰੱਖੋ ਜਦੋਂ ਤੁਸੀਂ ਵੋਟ ਪਾਉਣੀ ਹੈ। ਪਲੀਜ਼ ਮੇਰੀ ਤੁਹਾਨੂੰ ਪੁਰਜ਼ੋਰ ਅਪੀਲ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਤੁਸੀਂ ਆਪਣਾ ਬੈਲਟ ਦਾ ਜਿਹੜਾ ਮਤਦਾਨ ਹੈ, ਉਹਦਾ ਜਿਹੜਾ ਹੱਕ ਹੈ, ਉਹ ਜ਼ਿੰਮੇਵਾਰੀ ਨਾਲ ਨਿਭਾਓ ਜੀ। ਜਗਦੀਪ ਸਿੰਘ ਜੀ, ਆਖਰੀ ਸਵਾਲ, ਕੰਜ਼ਰਵੇਟਿਵ ਪਾਰਟੀ ਸੱਤਾ ਦੇ ਵਿੱਚ ਆਏਗੀ ਕਿ ਨਹੀਂ? ਕਿੰਨੀ ਤੁਹਾਨੂੰ ਮਤਲਬ ਕਿ ਪੂਰੀ ਤਰ੍ਹਾਂ ਕਹਿ ਸਕਦੇ ਕੌਨਫੀਡੈਂਸ ਹੈਗਾ ਆ ਵੀ ਹਾਂ ਸੱਤਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਹੀ ਇਸ ਵਾਰ ਆਏਗੀ? ਜ਼ਰੂਰ ਆਏਗੀ ਜੀ, ਕਿਉਂ ਨਹੀਂ ਆਏਗੀ। ਦੇਖੋ ਕੈਨੇਡੀਅਨ ਜਿਹੜੇ ਨੇ ਉਹ ਕੈਨੇਡਾ ਨਾਲ ਪਿਆਰ ਕਰਦੇ ਨੇ ਔਰ ਉਹ ਕੈਨੇਡਾ ਨਾਲ ਇਸ ਕਦਰ ਪਿਆਰ ਕਰਦੇ ਨੇ ਕਿ ਉਹ ਇਸ ਮੁਲਕ ਨੂੰ ਥੱਲੇ ਜਾਂਦਾ ਹੋਇਆ, ਇਸ ਮੁਲਕ ਨੂੰ ਨਿਗਾਰ ਵੱਲ ਜਾਂਦਾ ਹੋਇਆ, ਘਟਾ ਵੱਲ ਜਾਂਦਾ ਹੋਇਆ ਨਹੀਂ ਦੇਖ ਸਕਦੇ ਔਰ ਉਹ ਡੈਫੀਨੇਟਲੀ ਇਹ ਬਦਲਾਅ ਲੈ ਕੇ ਆਉਣਗੇ। ਮੈਂ ਜਦੋਂ ਡੋਰ ਟੂ ਡੋਰ ਜਾ ਰਿਹਾ, ਅਸੀਂ ਤਕਰੀਬਨ ਕਾਫੀ ਸਾਰੇ ਹਜ਼ਾਰਾਂ ਹੀ ਡੋਰ ਮੈਂ ਆਪ ਖੁਦ ਨੌਕ ਕਰ ਚੁੱਕਾ। ਡੋਰ ਟੂ ਡੋਰ ਜਦੋਂ ਜਾਂਦੇ ਉਦੋਂ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਔਰ ਮੈਨੂੰ ਇਹ ਡੈਫੀਨੇਟਲੀ ਲੱਗਦਾ ਕਿ ਖਾਸ ਕਰਕੇ ਬਰੈਂਪਟਨ ਸੈਂਟਰ, ਬਰੈਂਪਟਨ ਦੇ ਬਾਕੀ ਇਲਾਕੇ ਔਰ ਪੂਰੇ ਕੈਨੇਡਾ ਦੇ ਵਿੱਚ ਜਿੱਥੇ ਵੀ ਲੋਕ ਇਹ ਇੰਟਰਵਿਊ ਦੇਖਣਗੇ ਉਹ ਡੈਫੀਨੇਟਲੀ ਵੋਟ ਪਾਉਣਗੇ ਕੰਜ਼ਰਵੇਟਿਵ ਨੂੰ। ਇਸ ਤਰ੍ਹਾਂ ਸਾਨੂੰ ਬਿਲਕੁਲ ਮਹਿਸੂਸ ਹੋ ਰਿਹਾ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਜਗਦੀਪ ਸਿੰਘ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਤੇ ਤੁਹਾਡੀ ਮੀਡੀਆ ਟੀਮ ਦਾ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ। ਮੇਰਾ ਆਫਿਸ 12 ਹੈਂਸਨ ਰੋਡ ਸਾਊਥ ਤੇ ਹੈ। ਜੇ ਤੁਸੀਂ ਬਰੈਂਪਟਨ ਸੈਂਟਰ 'ਚ ਰਹਿੰਦੇ ਹੋ ਜਾਂ ਬਰੈਂਪਟਨ ਸੈਂਟਰ 'ਚ ਨਹੀਂ ਵੀ ਰਹਿੰਦੇ, ਕਿਤੇ ਵੀ ਰਹਿੰਦੇ ਹੋ, ਤੁਹਾਡੇ ਕੰਸਰਨਸ ਨੇ, ਪਲੀਜ਼ ਤੁਸੀਂ ਆਓ, ਇੱਥੇ ਮਿਲੋ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗੇਗਾ। ਥੈਂਕ ਯੂ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ। ਇਹ ਸੀ ਜਗਦੀਪ ਸਿੰਘ ਜੋ ਬਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਪਾਰਟੀ ਤੋਂ ਇਲੈਕਟ ਕਰ ਰਹੇ ਨੇ, ਪਹਿਲੀ ਵਾਰ ਸੱਤਾ ਦੇ ਵਿੱਚ ਆਏ ਨੇ। ਬਹੁਤ ਹੀ ਜ਼ਿਆਦਾ ਇਹਨਾਂ ਨੇ ਖੁੱਲ੍ਹ ਕੇ ਬੋਲਿਆ ਕਿ ਕੰਜ਼ਰਵੇਟਿਵ ਜਿਹੜੀ ਪਾਰਟੀ ਹੈਗੀ ਉਹਦੇ ਕੀ ਪਲਾਨਸ ਹੈਗੇ ਨੇ, ਅਗਰ ਉਹ ਇਲੈਕਟ ਹੁੰਦੇ ਨੇ, ਜੋ ਵੀ ਬਰੈਂਪਟਨ ਸੈਂਟਰ ਦੇ ਕੰਸਰਨ ਔਰ ਇਸ਼ੂਜ਼ ਨੇ, ਲੋਕਾਂ ਦੇ ਕੰਸਰਨ ਔਰ ਇਸ਼ੂਜ਼ ਨੇ, ਉਹ ਪੂਰੇ ਸੋਲਵ ਕੀਤੇ ਜਾਣਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਮੌਜੂਦ ਨੇ ਇੰਦਰਜੀਤ ਸਿੰਘ ਜਗਰਾਉਂ ਜੋ ਇੱਥੇ ਜਗਦੀਪ ਸਿੰਘ ਜੋ ਕੰਜ਼ਰਵੇਟਿਵ ਪਾਰਟੀ ਤੋਂ ਬਰੈਂਪਟਨ ਸੈਂਟਰ ਤੋਂ ਇਲੈਕਟ ਹੋਏ ਨੇ, ਕੈਂਡੀਡੇਟ ਨੇ, ਉਮੀਦਵਾਰ ਨੇ। ਉਹ ਇੱਥੇ ਚੋਣ ਪ੍ਰਚਾਰ ਅੱਜ ਕਰਨ ਆਏ ਆ ਤੇ ਸਾਡੇ ਨਾਲ ਮੌਜੂਦ ਨੇ ਇੰਦਰਜੀਤ ਸਿੰਘ ਜੀ। ਇਹਨਾਂ ਤੋਂ ਪੁੱਛਦੇ ਆ ਕਿ ਉਹ ਜਗਦੀਪ ਸਿੰਘ ਨੂੰ ਸਪੋਰਟ ਕਿਉਂ ਕਰ ਰਹੇ ਆ। ਸਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਰਅਸਲ ਜੀ ਆਪਾਂ ਇੱਥੇ ਅੱਜ ਇਕੱਠੇ ਹੋਏ ਹਾਂ, ਕੋਈ ਜਗਦੀਪ ਸਿੰਘ ਹੋਣਾ ਦਾ ਇਹ ਆਫਿਸ ਹੈਗਾ ਜੀ, ਕੰਪੇਨ ਆਫਿਸ। ਅੱਜ ਦੀ ਆਫਿਸ ਦੀ ਓਪਨਿੰਗ ਸੈਰਾਮਨੀ ਹੈਗੀ ਆ। ਮੈਂ ਜਗਦੀਪ ਸਿੰਘ ਹੋਣਾ ਨੂੰ ਪਿਛਲੇ ਤਕਰੀਬਨ 20 ਸਾਲ ਤੋਂ ਜਾਣਦਾ ਹੈਗਾ ਜੀ। ਜਗਦੀਪ ਸਿੰਘ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਬਹੁਤ ਜ਼ਿਆਦਾ ਸੂਝ-ਬੂਝ ਰੱਖਣ ਵਾਲੇ ਇਨਸਾਨ ਹੈਗੇ ਆ। ਮੈਂ ਇਹ ਮਹਿਸੂਸ ਕਰਦਾ ਹੈਗਾ ਕਿ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ, ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਔਰ ਅਜੇ ਵੀ ਇਸ ਮੁਲਕ ਨੂੰ ਅਸੀਂ ਆਪਣੇ ਲਈ ਹੋਰ ਬਿਹਤਰ ਬਣਾਉਣ ਦੇ ਵਿੱਚ ਯਤਨਸ਼ੀਲ ਹੈਗੇ ਹਾਂ। ਔਰ ਜੇ ਜਗਦੀਪ ਸਿੰਘ ਵਰਗੇ ਜਿਹੜੇ ਵੀਰ ਨੇ ਉਹ ਸਿਆਸੀ ਤੌਰ ਤੇ ਕੋਈ ਅਚੀਵਮੈਂਟ ਕਰਕੇ ਸਿਆਸਤ ਵਿੱਚ ਜਾਂਦੇ ਨੇ ਤਾਂ ਉਹ ਕਮਿਊਨਿਟੀ ਦਾ ਹੋਰ ਵੀ ਬਿਹਤਰ ਭਲਾ ਕਰ ਸਕਦੇ ਹੈਗੇ ਆ ਜੀ। ਅਸੀਂ ਇਸ ਕਰਕੇ ਇਹਨਾਂ ਦੀ ਸਪੋਰਟ ਕਰਦੇ ਹਾਂ ਔਰ ਇਹ ਸਮੁੱਚੇ ਭਾਈਚਾਰੇ ਨੂੰ ਇਹ ਬੇਨਤੀ ਕਰਦੇ ਹੈਗੇ ਆ ਕਿ ਜਗਦੀਪ ਸਿੰਘ ਵਰਗੇ ਜਿਹੜੇ ਕੈਂਡੀਡੇਟ ਨੇ ਕੰਜ਼ਰਵੇਟਿਵ ਪਾਰਟੀ ਤੋਂ, ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਸਾਥ ਦਿਓ ਤਾਂ ਕਿ ਆਪਾਂ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਜਿਤਾ ਕੇ ਪਾਰਲੀਮੈਂਟ ਹੈਲ 'ਤੇ ਭੇਜ ਸਕੀਏ ਅਤੇ ਆਪਣੀ ਕਮਿਊਨਿਟੀ ਦੇ ਜਿਹੜੇ ਕੰਸਰਨ ਜਿਹੜੇ ਆ ਜਾਂ ਮਸਲੇ ਜਿਹੜੇ ਆ ਉਹਨਾਂ ਨੂੰ ਫੌਰੀ ਤੌਰ 'ਤੇ ਹੱਲ ਕੀਤਾ ਜਾ ਸਕੇ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਜਗਦੀਪ ਸਿੰਘ ਜੀ ਪਹਿਲੀ ਵਾਰ ਸੱਤਾ ਦੇ ਵਿੱਚ ਆਉਣ ਲੱਗੇ, ਆਪਣਾ ਪੋਲੀਟੀਕਲ ਕਰੀਅਰ ਸਟਾਰਟ ਕਰਨ ਲੱਗੇ, ਉਹ ਵੀ ਕੰਜ਼ਰਵੇਟਿਵ ਪਾਰਟੀ ਤੋਂ। ਤੁਹਾਨੂੰ ਲੱਗਦਾ ਕਿ ਬਰੈਂਪਟਨ ਦੇ ਵਿੱਚ ਜਿੰਨੇ ਕੰਸਰਨ ਔਰ ਇਸ਼ੂਜ਼ ਨੇ, ਪ੍ਰੋਬਲਮਸ ਨੇ, ਇਹ ਅਗਰ ਇਲੈਕਟ ਹੁੰਦੇ ਨੇ ਬਰੈਂਪਟਨ ਸੈਂਟਰ ਤੋਂ ਤੇ ਉਹ ਇਸ਼ੂ ਸੌਰਟ ਆਊਟ ਕੀਤੇ ਜਾ ਸਕਦੇ ਨੇ? ਤੁਹਾਨੂੰ ਪੂਰਾ ਭਰੋਸਾ ਹੈ ਇਹਨਾਂ ਦੇ ਉੱਪਰ, ਇਸ ਉਮੀਦਵਾਰ ਦੇ ਉੱਪਰ? ਦੇਖੋ ਜੀ, ਮੈਂ ਜਿਵੇਂ ਪਹਿਲਾਂ ਦੱਸਿਆ ਹੈਗਾ ਕਿ ਜਗਦੀਪ ਸਿੰਘ ਹੋਣਾ ਨੂੰ ਮੈਂ ਪਿਛਲੇ 20 ਸਾਲ ਤੋਂ ਜਾਣਦਾ ਹੈਗਾ ਜੀ। ਜਗਦੀਪ ਸਿੰਘ ਹੋਣੀ ਕਿਸੇ ਵੀ ਇਸ਼ੂ ਦੇ ਉੱਤੇ, ਚਾਹੇ ਉਹ ਧਾਰਮਿਕ ਮੁੱਦਾ ਹੋਵੇ, ਚਾਹੇ ਸਿਆਸੀ ਮੁੱਦਾ ਹੋਵੇ, ਕਿਸੇ ਵੀ ਮੁੱਦੇ ਦੇ ਉੱਤੇ, ਚਾਹੇ ਜੀ ਇਹਨਾਂ ਨੇ ਯੂਨਾਈਟਿਡ ਸੈਕਸ ਦੇ ਨਾਲ ਕੰਮ ਕੀਤਾ, ਸਾਡੇ ਨਾਲ ਕਲੱਬ ਦੇ ਵਿੱਚ ਵੀ ਕੰਮ ਕੀਤਾ ਜੀ ਇਹਨਾਂ ਨੇ, ਔਰ ਕਿਸੇ ਵੀ ਇਸ਼ੂ ਦੇ ਉੱਤੇ ਜਿੱਥੇ ਖੜ੍ਹਦੇ ਆ ਜੀ ਉਹਨੂੰ ਪੂਰਾ ਕਰਨ ਤੋਂ ਪਹਿਲਾਂ ਸਾਹ ਨਹੀਂ ਲੈਂਦੇ ਜੀ। ਔਰ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈਗਾ ਕਿ ਜਦੋਂ ਇਹ ਪਾਰਲੀਮੈਂਟ ਹੈਲ ਦੇ ਉੱਤੇ ਸਾਡੇ ਸਹਿਯੋਗ ਦੇ ਨਾਲ ਪਹੁੰਚਣਗੇ ਤੇ ਜਿਹੜੇ ਵੀ ਕਮਿਊਨਿਟੀ ਦੇ ਦਰਪੇਸ਼ ਇਸ਼ੂ ਹੈਗੇ ਆ, ਖਾਸ ਕਰਕੇ ਜਿਵੇਂ ਆਪਾਂ ਇਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਕਰਨੀ ਹੈਗੀ ਆ ਬਰੈਂਪਟਨ ਸੈਂਟਰ ਦੀ, ਔਰ ਮੈਨੂੰ ਇਸ ਗੱਲ ਦਾ ਭਰੋਸਾ ਹੈਗਾ ਕਿ ਇਹ ਸਾਡੀਆਂ ਆਸਾਂ ਦੇ ਉੱਤੇ ਪੂਰੇ ਉਤਰਨਗੇ ਜੀ।
ਤੁਸੀਂ ਕੰਜ਼ਰਵੇਟਿਵ ਪਾਰਟੀ ਨੂੰ ਇਸ ਟਾਈਮ ਸਪੋਰਟ ਕਰ ਰਹੇ ਹੋ, ਲਿਬਰਲ ਪਾਰਟੀ ਨੂੰ ਕਿਉਂ ਨਹੀਂ ਕਰ ਰਹੇ? ਲਿਬਰਲ ਪਾਰਟੀ ਨੇ ਕਾਫੀ ਸਾਰੇ ਵਾਅਦੇ ਕੀਤੇ ਸੀ, ਉਹਨਾਂ ਨੇ 2 ਸਾਲ ਦੇ ਟਾਈਮ ਪੀਰੀਅਡ 'ਚ ਅੱਧੇ ਤੋਂ ਜ਼ਿਆਦਾ ਵਾਅਦੇ ਪੂਰੇ ਵੀ ਕੀਤੇ ਆ। ਅੱਜ ਤੁਸੀਂ ਜਗਦੀਪ ਸਿੰਘ ਜੋ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨਾਲ ਖੜੇ ਹੋ, ਕਿ ਕਹਿ ਸਕਦੇ ਵੀ ਕੰਜ਼ਰਵੇਟਿਵ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਤੇ ਲਿਬਰਲ ਨੂੰ ਨਹੀਂ ਕਰ ਰਹੇ? ਦੇਖੋ ਜੀ, ਗੱਲ ਹੈਗੀ ਆ ਕਿ ਅਸੀਂ ਸਪੋਰਟ ਕਰਦੇ ਹਾਂ ਜੀ ਉਮੀਦਵਾਰਾਂ ਦੇ ਨਾਲ ਜੀ। ਜਿਹੜੇ ਜਗਦੀਪ ਸਿੰਘ ਹੋਣੀ ਆ ਜੀ, ਇਹ ਮੈਨੂੰ ਇਉਂ ਲੱਗਦਾ ਹੈਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਸਟਾਰ ਕੈਂਡੀਡੇਟ ਹੈਗੇ ਆ। ਚਾਹੇ ਹੋਰ ਪਾਰਟੀਆਂ ਤੋਂ ਵੀ ਸਾਡੇ ਜਿਹੜੇ ਉਮੀਦਵਾਰ ਖੜੇ ਆ ਸਾਡੇ ਭਾਈਚਾਰੇ ਦੇ, ਪਰ ਮੈਂ ਇਹ ਮਹਿਸੂਸ ਕਰਦਾ ਹੈਗਾ ਕਿ ਇਹ ਬਾਕੀ ਹੋਰਾਂ ਦਾ ਵੀ ਮੂੰਹ ਮੱਥਾ ਸਵਾਰਨਗੇ ਜੀ। ਇਸ ਕਰਕੇ ਅਸੀਂ ਇਹਨਾਂ ਦੇ ਨਾਲ ਖੜੇ ਆ ਜੀ। ਜਗਦੀਪ ਸਿੰਘ ਨੂੰ ਅਗਰ ਕੋਈ ਇਹਨਾਂ ਨੂੰ ਉਮੀਦਵਾਰ ਜਿਹੜੇ ਹੈਗੇ ਜਗਦੀਪ ਸਿੰਘ, ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਇਸ਼ੂਜ਼ ਦੱਸਣਾ ਚਾਹੁੰਦੇ ਹੋ ਕਿ ਜੋ ਬਰੈਂਪਟਨ ਸੈਂਟਰ ਦੇ ਆ ਇਹ ਸੌਰਟ ਆਊਟ ਕਰਨ ਅਗਰ ਇਹ ਇਲੈਕਟ ਹੁੰਦੇ ਹੋ, ਕਿਹੜੇ ਕਿਹੜੇ ਇਸ਼ੂਜ਼ ਹੋਣਗੇ ਬਰੈਂਪਟਨ ਸੈਂਟਰ ਦੇ? ਦੇਖੋ ਜੀ, ਜਗਦੀਪ ਸਿੰਘ ਹੋਣਾ ਦੇ ਜਿਹੜੇ ਜਿੰਨੇ ਵੀ ਮੈਂ ਇਹਨਾਂ ਨੂੰ ਸਮਝ ਸਕਿਆ ਜੀ, ਜਗਦੀਪ ਸਿੰਘ ਹੋਣੀ ਇੱਕ ਨਤੜਕ, ਜ਼ਿੰਮੇਵਾਰ ਅਤੇ ਪੜ੍ਹੇ ਲਿਖੇ ਇਨਸਾਨ ਹੈਗੇ ਆ ਜੀ। ਔਰ ਜਿਹੜਾ ਵੀ ਦਰਪੇਸ਼ ਮਸਲਾ ਆਊਗਾ ਜੀ ਕਮਿਊਨਿਟੀ ਦੇ ਵਿੱਚ, ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈਗਾ ਜੀ, ਇਹ ਉਹਦੇ ਵਿੱਚ ਪੂਰਾ ਆਪਣਾ ਸਹਿਯੋਗ ਦੇਣਗੇ ਅਤੇ ਉਹਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋਣਗੇ ਜੀ। बहुत बहुत धन्यवाद सर ਨਾਲ ਗੱਲ करने। थैंक यू सो मच जी। सो हमारे साथ यहाँ मौजूद हैं पाथिक और वो जगदीप सिंह जो ब्रैम्पटन सेंटर से इलेक्ट हुए हैं, कंजर्वेटिव पार्टी से उम्मीदवार ने, उनको सपोर्ट करने यहाँ पहुँचे हुए हैं। आइए उनसे मिलते हैं, उनसे मुलाकात करते हैं, उनसे पूछते हैं कि वो जगदीप सिंह को क्यों पसंद करते हैं और सपोर्ट करते हैं। सर जगदीश सिंह को सपोर्ट करना एक ये है सर, ही इज़ अ वंडरफुल पर्सनालिटी, ही इज़ अ वेरी गुड हार्ड वर्किंग पर्सनालिटी इन द कम्युनिटी। और दूसरा ये है कि ही इज़ रिप्रेजेंटिंग कंजर्वेटिव पार्टी। आई एम बीइंग पार्ट ऑफ द कंजर्वेटिव पार्टी फॉर अ लॉन्ग टाइम एंड आज के टाइम पे ऐसा है दैट इलेक्शन किसी को नहीं चाहिए था, पर जब ट्रूडो गवर्नमेंट ने इलेक्शन दे ही दिया है, मैं सोच रहा था कि ये जो पैसे इलेक्शन में अभी जा रहे हैं उससे अच्छा कोविड से रिकवरी के लिए इकोनॉमी में जाए। तो ये जो उन्होंने किया है, सो दिस इज़ अ वेरी स्ट्रॉन्ग पॉइंट टू सपोर्ट कंजर्वेटिव कि ये अनकंजर्वेटिव हैज़ अ प्लान फॉर फ्यूचर। हम सब इमिग्रेंट्स हैं, इंडिया से आए हैं, दूसरे कंट्री से आए हैं, यहाँ आके हमें हमारा पहले सेटल होना था और फिर हमें आगे बढ़ना था। सो इकोनॉमी, हाउसिंग एंड दैट ऑल थिंग्स वेरी मच नीडेड एंड कंजर्वेटिव इज़ द ओनली पार्टी। एरिन अटूल, who is the leader of the conservative party, has a very good plan for the future and that is one of the reason, and Jagdeep has been a good friend of mine, he is a community activist, so I support him and I request all the viewers if they can vote for Jagdeep if they are part of Brampton Centre. If not, anywhere you are, just support Conservative Party of Canada. Let's make Erin O'Toole the next Prime Minister. Thank you. आप बोल रहे हो कि जगदीप सिंह को आप सपोर्ट कर रहे हो क्योंकि उनकी पर्सनालिटी काफ़ी, उनकी छवि काफ़ी क्लियर है, अच्छी है, तो आपको लगता है कि वो फर्स्ट टाइम सत्ता में लाइक पॉलिटिक्स में आ रहे हैं, आप ट्रस्ट कर सकते हैं, लोग ट्रस्ट कर सकते हैं कि जो फर्स्ट टाइम आ रहे हैं, जिनको एक्सपीरियंस नहीं है इतना पॉलिटिक्स का, अगर वो ब्रैम्पटन सेंटर से इलेक्ट होते हैं, रिप्रेजेंट करते हैं इस राइडिंग को, और जो भी कंसर्न है हमारे ब्रैम्पटन के, वो एमपी बनकर या उम्मीदवार बनकर पार्लियामेंट में बोलेंगे, उसके खिलाफ बोलेंगे? Surely बोलेंगे, like you know, politics is something where you need to have a knowledge, you don't need to have an experience. There are a lot of politicians, और the Prime Minister की बात ले लो, जस्टिन ट्रूडो जब आए तो he was not an MP, but he got as a leader, he is a Prime Minister. So you need to know the issues of the community, you know the issue of your riding, you don't need to know the issue what is going around in the country. Like when he is going to be representing Brampton Centre as Member of Parliament, he is going to be talking about the national security, the economy, the housing policy and all big issues. So he is very much experienced on all that aspect and I fully believe it that he can be a very good representative to represent Brampton Centre in Parliament as a next Member of Parliament. सर अगला मेरा क्वेश्चन ये है कि इलेक्शंस आपने बोला कि इस टाइम पर पेंडेमिक है, महामारी है, चौथी वेव ऑलरेडी ब्रैम्पटन या पील रीजन ओंटारियो में पूरी आ चुकी है, केसेस बढ़ने शुरू हो गए हैं, राइट? तो आपको लगता है, आपने बोला है कि पॉलिटिक्स में जो जस्टिन ट्रूडो ने फैसला लिया है कि 20 सितंबर को वो इलेक्शंस लड़वाने जा रहे हैं, ठीक है जी, चोन होने जा रही है, वो सही कदम नहीं है। आपको क्यों लगता है कि वो सही कदम नहीं है? क्योंकि लिबरल पार्टी के जो भी उम्मीदवार ब्रैम्पटन में से हैं वो बोल रहे हैं क्यों नहीं होने चाहिए, कि जस्टिन ट्रूडो ने ऑलरेडी पेंडेमिक के दौरान इतना कुछ कर दिया, तो इलेक्शंस क्यों नहीं होने चाहिए? Well, इलेक्शन इसलिए नहीं होनी चाहिए कि दिस इज़ नॉट द टाइम टू go around. This was a time for the federal government or the leading government to go back to the people and talk to them about recovery plan, to talk to them about कि कोविड एक विश्व की महामारी हो गई थी, तो उसको कनाडा को कैसे उससे बाहर निकाला जाए। ये टाइम नहीं था जब आप जाके वोट मांग सकते थे, पर अभी दैट वाज हिज डिसीजन, हिज कैबिनेट टुक द डिसीजन
to dissolve the government, which I feel why they did it. But शायद उनको ऐसा था कि भाई minority में है तो ये election के time पे हम majority में आ जाए, but that was not the right decision. This was a time to talk about the recovery plan. This was the time about कि लोगों को जाके ये बताया कि अभी ये जो पैंडमिक हुआ है और अभी तक ख़त्म भी नहीं हुआ, शायद लग रहा है कि जैसे जैसे केस बढ़ रहे हैं इट कुड बी अ फोर्थ वेव. सो दिस इज गोइंग टू द इलेक्शन अनफॉर्चुनेट पार्ट, बट येस इट्स अ गुड अपॉर्चुनिटी फॉर कंजर्वेटिव टू मेक अ majority government and get to the seat, prime minister seat, and take the country to a new direction, a new future. लास्ट क्वेश्चन, आपको लगता है कि कंजर्वेटिव पार्टी इस बार 2021 में इलेक्शंस लाइक रूलिंग पार्टी रूलिंग गवर्नमेंट आएगी? Yeah, I have a full confidence the way all the polls, national polls are talking about that Conservative Party can make the difference, and I'm sure, I believe in Conservative Party, I believe in their policy, so I'm sure that Conservative Party has the potential, or I would rather say Conservative Party is the only party who has a plan for a recovery, and they are the only party who can take on to Justin Trudeau, and Elinor Trudeau can be a next Prime Minister for Canada, and that's going to be the best thing can happen to Canada. लास्ट क्वेश्चन सर, आपको नहीं लगता कि जगमीत सिंह जो एनडीपी आगू हैं, एनडीपी पार्टी के लीडर हैं, वो एज अ प्राइम मिनिस्टर बन सकते हैं? Well, the numbers doesn't say numbers are not in his favor, so I don't think at least there is any chance for him to be playing any major role into that. बहुत बहुत शुक्रिया हमारे साथ बात करने के लिए. थैंक यू सर. No, the contributions he's made has been so invaluable, and so I really do appreciate, what he's going to do. I think he's going to do a great job this term, and also I'm Team Conservative. I am the candidate in the next provincial election for Brampton Centre as well, and so I'm just looking forward to seeing a really great and interesting race. So I'm the city councillor currently, but I'm here not for municipal reasons. I'm here to support Jagdeep. Why do you think so that Jagdeep is going to be a good candidate from Brampton Centre? Why people should vote him? Because Jagdeep speaks for the community, and you can see that because he made it a first commitment to be in the community and go to the doors and meet the residents in this area. And I think that speaks volumes to how he's going to be in the future as our representative for Brampton Centre. Do you think so that the Liberal Party, who has announced that on 20th September there is going to be re-election again, right? Do you think so this is the good time or the right decision when pandemic is on the high peak? It's a hard one to answer because they have their reasons, and they are the leading federal government right now, and whatever the reason is, we just have to be ready. And I think the most important thing is that people are informed and vote for the party that represents their issues. So I encourage everyone to go out, read the platforms, and to be aware of what you're voting for and who you're voting for. And I think that's the main important thing that we need to do as Bramptonians and as Canadians. The last question, do you think so that Conservative will come now in the politics, like they will rule and they will elect again? Do you think so? Are you confident enough? I'm confident in Jagdeep, but we'll see on the 20th. I think we're all looking for that day. Thank you so much for talking to us. Thank you. Thank you. ਸੋ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਸਿੰਘ ਜੋ ਇੱਥੇ ਜਗਦੀਪ ਸਿੰਘ ਨੂੰ ਸਪੋਰਟ ਕਰਨ ਆਏ ਹੋਏ ਆ. ਆਓ ਉਹਨਾਂ ਨੂੰ ਪੁੱਛਦੇ ਆ ਕਿ ਉਹ ਜਗਦੀਪ ਸਿੰਘ ਨੂੰ ਜੋ ਪਹਿਲੀ ਵਾਰ ਪੋਲਿਟਿਕਸ ਦੇ ਵਿੱਚ ਆ ਰਹੇ ਕੰਜ਼ਰਵੇਟਿਵ ਪਾਰਟੀ ਤੋਂ ਇਲੈਕਟ ਹੋਏ ਆ ਤੇ ਸੱਤਾ ਦੇ ਵਿੱਚ ਆਉਣ ਲਈ ਉਹ ਪੂਰੀ ਕੋਸ਼ਿਸ਼ ਕਰ ਰਹੇ ਆ. ਆਓ ਇਹਨਾਂ ਨੂੰ ਪੁੱਛਦੇ ਆ ਕਿ ਉਹ ਉਹਨਾਂ ਨੂੰ ਸਪੋਰਟ ਕਿਉਂ ਕਰ ਰਿਹਾ. ਸਰ ਹਾਂਜੀ, ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ. ਮੈਂ ਜਗਦੀਪ ਭਾਜੀ ਨੂੰ ਸਪੋਰਟ ਕਰ ਰਿਹਾ ਬਿਕਾਜ਼ ਇਹ ਬਹੁਤ ਹੈਵੀਲੀ ਇਨਵੋਲਵਡ ਨੇ ਸੋਸ਼ਲ ਕਾਜ਼ਸ ਵਿੱਚ, and with lot of NGOs, they do lot of motorcycle rides for diabetes and to support the community. That's why I'm supporting him for what kind of personality he is. बहुत support करते ने community ਵਿੱਚ बहुत ज़्यादा involvement है. So ਇਹ ਸਭ ਤੋਂ ਵੱਡਾ reason ਹੈ support ਕਰਨ ਦਾ. ਤੇ I would request everybody to support him and bring him in power so that he can help all the Bramptonians. ਅਗਰ ਜਗਦੀਪ ਸਿੰਘ ਜੀ ਜਿੱਤਦੇ ਆ ਬ੍ਰੈਂਪਟਨ ਸੈਂਟਰ ਤੋਂ ਤੁਹਾਨੂੰ ਲੱਗਦਾ ਕਿ ਬ੍ਰੈਂਪਟਨ ਦੇ ਵਿੱਚ ਜਿਹੜੇ ਇਸ਼ੂਜ਼ ਨੇ ਵੈਦਰ ਦੈਟਸ ਰਿਲੇਟਡ ਟੂ ਹਾਊਸਿੰਗ, ਇਮੀਗ੍ਰੇਸ਼ਨ, ਲਾਈਕ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਉਹਨਾਂ ਨੂੰ ਇਨਫਰਾਸਟ੍ਰਕਚਰ ਨਹੀਂ ਮਿਲਦਾ ਪ੍ਰੋਪਰਲੀ, ਘਰ ਨਹੀਂ ਮਿਲਦੇ, ਰੈਂਟ ਤੇ ਜਿਹੜੇ ਮਕਾਨ ਹੁੰਦੇ ਨੇ ਉਹ ਕਾਫੀ ਹਾਈ ਪ੍ਰਾਈਸਿਸ ਤੇ ਮਿਲਦੇ ਨੇ, ਤੁਹਾਨੂੰ ਲੱਗਦਾ ਇਹ ਇਸ਼ੂਜ਼ ਤੇ ਜਗਦੀਪ ਸਿੰਘ ਆਪਣੀ ਆਵਾਜ਼ ਜ਼ਰੂਰ ਚੱਕਣਗੇ? ਮੈਨੂੰ ਵਿਸ਼ਵਾਸ ਹੈ ਤੇ ਪੂਰੀ ਉਮੀਦ ਹੈ ਆਵਾਜ਼ ਪੂਰੀ ਚੱਕਣਗੇ. ਜਿੰਨੀ ਵੀ ਫੈਡਰਲ ਗਵਰਨਮੈਂਟ ਦੀ ਹੈਲਪ ਹੋਊਗੀ ਜੇ ਜਗਦੀਪ ਸਿੰਘ ਜਿੱਤਦੇ ਨੇ, ਇਹ ਪੂਰੀ ਸਪੋਰਟ ਲੈ ਕੇ ਆਣਗੇ ਫੈਡਰਲ ਗਵਰਨਮੈਂਟ ਤੋਂ. ਮੈਂ ਥੋੜ੍ਹੇ ਦਿਨ ਪਹਿਲਾਂ ਬੈਠਾ ਸੀ ਜਗਦੀਪ ਸਿੰਘ ਨਾਲ, ਇਹ ਦੱਸਦੇ ਸੀ ਕਿ ਬ੍ਰੈਂਪਟਨ ਸ਼ੁੱਡ ਹੈਵ ਰਿਸੀਵਡ 20 ਐਪਲਸ ਬਟ ਬ੍ਰੈਂਪਟਨ ਹੈਵ ਜਸਟ ਰਿਸੀਵਡ 1 ਐਪਲ.
So that's like something lacking for the federal leaders living in Brampton ਜਿਹੜੇ ਪਹਿਲਾਂ ਜਿੱਤੇ ਹੋਏ ਨੇ ਤੇ ਜਗਦੀਪ ਸਿੰਘ ਇਹ ਇੰਨੇ ਮਾਈਨਰ ਇਸ਼ੂ ਤੇ ਵੀ ਦੇਖਦੇ ਪਏ ਨੇ ਕਿ ਇੰਨੀ ਫੰਡਿੰਗ ਆਉਣੀ ਚਾਹੀਦੀ ਸੀ ਨਹੀਂ ਆਈ ਕਿਉਂ ਨਹੀਂ ਆਈ ਸੋ ਆਈ ਵਾਸ ਟਾਕਿੰਗ ਟੂ ਹਿਮ ਐਂਡ ਹੀ ਇਜ਼ ਵੈਰੀ ਐਕਟਿਵ ਔਨ ਆਲ ਦੋਜ਼ ਨੰਬਰਸ ਤੇ ਇਹ ਜਦੋਂ ਜਿੱਤਦੇ ਨੇ ਤੇ ਮੇਰੀ ਉਮੀਦ ਆ ਤੇ ਪੂਰਾ ਵਿਸ਼ਵਾਸ ਹੈ ਭਾਜੀ ਪੂਰਾ ਸਾਰਾ ਕੁਝ ਹੀ ਵਿਲ ਬ੍ਰਿੰਗ ਆਲ ਦ ਫੰਡਿੰਗ ਟੂ ਬ੍ਰੈਂਪਟਨ 20 ਸਪਟੈਂਬਰ ਨੂੰ ਤੁਹਾਨੂੰ ਕੀ ਲੱਗਦਾ ਕੰਜ਼ਰਵੇਟਿਵ ਪਾਰਟੀ ਸੱਤਾ ਦੇ ਵਿੱਚ ਆਏਗੀ ਜਾਂ ਲਿਬਰਲ ਦੁਆਰਤੀ ਆ ਸਕਦੀ ਹੈ that's ਟਾਪਿਕ ਫॉर ਡਿਬੇਟ ਜਿਹੜੇ CBC ਦੇ ਪੋਲਸ ਦੇਖਦੇ ਆ ਉਹਦੇ ਵਿੱਚ ਮਾਰਜਨ ਬਹੁਤ ਘੱਟ ਹੁੰਦਾ ਜਾ ਰਿਹਾ ਹੈ ਲੈਟਸ ਸੀ ਵੇਟ ਐਂਡ ਵਾਚ ਕਿ ਕੈਨੇਡਾ ਦੀ ਗਵਰਨਮੈਂਟ ਕੀ ਡਿਸਾਈਡ ਕਰਦੀ ਆ ਪਰ ਬ੍ਰੈਂਪਟਨ ਦੀ ਸੈਂਟਰਲ ਬ੍ਰੈਂਪਟਨ ਜਿਹੜੀ ਹੈ ਕਨਸਟੀਟੂਐਂਸੀ ਆ ਉਹਨਾਂ ਨੇ ਆਲਮੋਸਟ ਡਿਸਾਈਡ ਕਰ ਲਿਆ ਤੇ ਮੋਸਟਲੀ ਵੋਟਰਸ ਨੇ ਦੇ ਆਰ ਸਪੋਰਟਿੰਗ ਜਗਦੀਪ ਸਿੰਘ ਫॉर ਬ੍ਰੈਂਪਟਨ ਸੈਂਟਰਲ ਥੈਂਕ ਯੂ ਸੋ ਮਚ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਸਾਡੇ ਨਾਲ ਮੌਜੂਦ ਨੇ ਬਲਜੀਤ ਜੀ ਜੋ ਫਾਰਮਰ ਮਿਨਿਸਟਰ ਰਹਿ ਚੁੱਕੇ ਆ ਸਪੋਰਟਸ ਦੇ ਉਹ ਇੱਥੇ ਆਏ ਨੇ ਜਗਦੀਪ ਸਿੰਘ ਨੂੰ ਸਪੋਰਟ ਕਰਨ ਲਈ ਉਹਨਾਂ ਦੇ ਨਾਲ ਖੜੇ ਨੇ ਆਓ ਜਾਣਦੇ ਆ ਕਿ ਉਹ ਜਗਦੀਪ ਸਿੰਘ ਨੂੰ ਕਿਉਂ ਸਪੋਰਟ ਕਰ ਰਹੇ ਨੇ ਔਰ ਇੱਥੇ ਕਿਸ ਵਜ੍ਹਾ ਦੇ ਨਾਲ ਨੇ ਸਰ Jagdeep is a very good candidate. He works hard, and he's been working hard for last over 4 years. And I ran in this riding in 2015. I lost, and actually 2019 my wife ran in this riding, and Jagdeep was a key supporter for my wife. And this time we decided not to run. So ਇਸ ਲਈ as for ਜਗਦੀਪ ਸਿੰਘ ਕੈਂਡੀਡੇਟ ਨੇ ਸਾਡੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਆ ਕੇ ਜਗਦੀਪ ਦੀ ਸਪੋਰਟ ਕਰੋ ਤਾਂ ਕਿ ਆਪਾਂ ਬਰੈਂਪਟਨ ਦੇ ਵਿੱਚ ਜਗਦੀਪ ਨੂੰ MP ਬਣਾ ਕੇ ਆਟਵਾ ਭੇਜ ਸਕੀਏ ਜਗਦੀਪ ਕਮਿਊਨਿਟੀ ਦੇ ਵਿੱਚ ਇਨਵੋਲਵ ਨੇ ਚਾਹੇ ਉਹ ਮੋਟਰਸਾਈਕਲ ਕਲੱਬ ਹੈ ਜਾਂ ਹੋਰ ਸੋਸ਼ਲ ਫੰਕਸ਼ਨ ਨੇ ਵੋਲੰਟੀਅਰ ਕਰਦੇ ਨੇ ਸੋ ਹੀ ਇਜ਼ ਅ ਹਾਰਡ ਵਰਕਿੰਗ ਫੈਮਿਲੀ ਮੈਨ and we need him in Ottawa. ਕੀ ਲੱਗਦਾ ਕਿ 20 ਸਪਟੈਂਬਰ ਨੂੰ ਸੱਤਾ ਦੇ ਵਿੱਚ ਕਿਹੜੀ ਪਾਰਟੀ ਆਏਗੀ ਫੈਡਰਲ ਦੇ ਵਿੱਚ ਲਾਈਕ ਸੱਤਾ ਦੇ ਵਿੱਚ ਜਾਂ ਤਾਂ ਲਿਬਰਲ ਪਾਰਟੀ ਆ ਸਕਦੀ ਹੈ ਜਾਂ ਕੰਜ਼ਰਵੇਟਿਵ ਜਾਂ NDP ਕਿਹਦੇ ਚਾਂਸਸ ਜ਼ਿਆਦਾ ਲੱਗਦੇ ਨੇ ਬਿਲਕੁਲ ਜਿਸ ਤਰ੍ਹਾਂ ਆਪਾਂ ਅੱਜ ਕੱਲ੍ਹ ਦੇਖ ਰਹੇ ਨੇ ਪੋਲਸ ਦੇਖ ਰਹੇ ਨੇ ਟਰੂਡੋ ਸਾਹਿਬ ਨੇ ਬਹੁਤ ਗਲਤੀ ਕੀਤੀ ਇਸ ਇਲੈਕਸ਼ਨ ਕਾਲ ਕਰਕੇ ਇਲੈਕਸ਼ਨ ਦੀ ਲੋੜ ਨਹੀਂ ਸੀ ਪੈਂਡੈਮਿਕ ਚੱਲ ਰਿਹਾ BC ਦੇ ਵਿੱਚ ਫਾਇਰਸ ਚੱਲ ਰਹੀਆਂ ਤੇ ਉਹਨਾਂ ਨੇ ਬਹੁਤ ਵੱਡੀ ਮਿਸਟੇਕ ਕੀਤੀ ਹੈ ਆਈ ਥਿੰਕ ਉਹਨਾਂ ਨੂੰ ਇਹ ਮਿਸਟੇਕ ਜਿਹੜੀ ਆ ਇਲੈਕਸ਼ਨ ਲੂਜ਼ ਕਰਕੇ ਪੇ ਕਰਨੀ ਪਵੇਗੀ ਐਰਨੋ ਟੂਲ ਵੈਰੀ ਗੁੱਡ ਲੀਡਰ ਬਹੁਤ ਵਧੀਆ ਕੈਂਪੇਨ ਕਰ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਲਿਆ ਰਹੇ ਨੇ ਕੰਟਰੀ ਦੇ ਲਈ ਸੋ ਮੈਂ ਸ਼ੋਰਟੀ ਨਾਲ ਕਹਿ ਸਕਦਾ ਕਿ ਇਲੈਕਸ਼ਨ ਜਿਹੜੀ ਗਵਰਨਮੈਂਟ ਹੈ ਐਰਨੋ ਟੂਲ ਤੇ ਕੰਜ਼ਰਵੇਟਿਵ ਪਾਰਟੀ ਦੀ ਹੋਵੇਗੀ ਤੇ ਮੈਂ ਇਹ ਪੁੱਛਣਾ ਚਾਹੁੰਦੀ ਕਿ ਬ੍ਰੈਂਪਟਨ ਸੈਂਟਰ ਦੇ ਜਿਹੜੇ ਲੋਕ ਹੈਗੇ ਨੇ ਕਿਉਂਕਿ ਜਗਦੀਪ ਸਿੰਘ ਪਹਿਲੀ ਵਾਰ ਕੰਜ਼ਰਵੇਟਿਵ ਪਾਰਟੀ ਤੋਂ ਲੜਨ ਜਾ ਰਹੇ ਹੋ ਪੋਲਿਟਿਕਸ ਦੇ ਵਿੱਚ ਵੀ ਪਹਿਲੀ ਵਾਰ ਆਇਆ ਲੋਕ ਉਹਨਾਂ ਨੂੰ ਕਿਉਂ ਚੂਜ਼ ਕਰਨ ਇਦਾਂ ਦੀ ਕਿਹੜੀ ਕੁਆਲਿਟੀਜ਼ ਐਜ਼ ਅ ਲੀਡਰ ਉਹਨਾਂ ਦੇ ਵਿੱਚ ਹੈਗੀਆਂ ਆ ਜਿਹੜੇ ਲੋਕੀ ਉਹਨਾਂ ਨੂੰ ਚੂਜ਼ ਕਰਨ ਫਸਟ ਆਫ ਆਲ ਜਿਹੜੇ ਲੋਕਲ ਰਾਈਡਿੰਗ ਦੇ ਵਿੱਚ ਹੈ ਬ੍ਰੈਂਪਟਨ ਦੇ ਵਿੱਚ ਹੈ ਉਹ ਪਾਰਟੀ ਨੂੰ ਸਪੋਰਟ ਕਰਦੇ ਆ ਪਾਰਟੀ ਦੀਆਂ ਪਾਲਿਸੀਜ਼ ਨੂੰ ਸਪੋਰਟ ਕਰਦੇ ਆ ਜਗਦੀਪ ਹੁਣੀ ਕੰਜ਼ਰਵੇਟਿਵ ਪਾਰਟੀ ਜੁਆਇਨ ਕੀਤੀ ਕਿਉਂਕਿ ਜਗਦੀਪ ਹੁਣੀ ਕੰਜ਼ਰਵੇਟਿਵ ਪਾਰਟੀ ਦੀਆਂ ਪਾਲਿਸੀ ਦੇ ਵਿੱਚ ਬਲੀਵ ਕਰਦੇ ਆ ਸੋ ਜਿਹੜੀਆਂ ਪਾਲਿਸੀਜ਼ ਨੇ ਉਹ ਆਮ ਲੋਕਾਂ ਲਈ ਸਭ ਤੋਂ ਵਧੀਆ ਪਾਲਿਸੀਜ਼ ਕੰਜ਼ਰਵੇਟਿਵ ਪਾਰਟੀਜ਼ ਦੀਆਂ ਨੇ ਸੋ ਇਸ ਕਰਕੇ ਜਗਦੀਪ ਹੁਣੀ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸੋ ਭੈਣ ਭਰਾ ਡੋਰ ਤੇ ਉਹਨਾਂ ਨੂੰ ਅੰਬਰੇਸ ਕਰ ਰਹੇ ਨੇ ਬਹੁਤ ਵਧੀਆ ਡੋਰ ਤੇ ਹੁੰਗਾਰਾ ਮਿਲ ਰਿਹਾ ਇਸੇ ਕਰਕੇ ਜਗਦੀਪ ਹੁਣੀ ਨੈਕਸਟ MP ਹੋਣਗੇ ਬ੍ਰੈਂਪਟਨ ਸੈਂਟਰ ਤੋਂ ਪੂਰੇ ਸ਼ੋਰ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਸ਼ੋਰ ਹਾਂ ਕਿ ਜਗਦੀਪ ਨੈਕਸਟ ਬ੍ਰੈਂਪਟਨ ਸੈਂਟਰ ਤੋਂ MP ਹੋਣਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਸਰ